ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁੰਦਰ ਸਤਿਗੁਰ ਕੀ ਕਥਾ, ਗੁਣ ਮੰਦਰ ਸੁਖ ਕੰਦ। ਵਰਣਨ ਤਿਸ ਕੋ ਆਪ ਕਰੋ, ਹੋਵਹਿ ਬਿਘਨ ਨਿਕੰਦ। ਤੁਮਰੋ ਨਾਮ ਨਿਭਾਵਹੁ ਲਾਜਾ, ਕਰਹੁ ਗ੍ਰੰਥ ਪੂਰਨ ਸੁਭ ਕਾਜਾ। ਤਬ ਕਰਨਾ ਬਿਨ ਅੱਖਰ ਏਕ, ਨਹਿ ਉਪਜਤ ਮੁਝ ਹਿਰਦੈ ਬਵੇਕ। ਸੁੰਦਰ ਸਤਿਗੁਰ ਕੀ ਕਥਾ, ਸੁਨ ਮੰਦਰ ਸੁਖ ਕੰਦ। ਵਰਣਨ ਤਿਸ ਕੋ ਆਪ ਕਰੋ, ਹੋਵਹਿ ਬਿਘਨ ਨਿਕੰਦ। ਤੁਮਰੋ ਨਾਮ ਨਿਭਾਵਹੁ ਲਾਜਾ, ਕਰਹੁ ਗ੍ਰੰਥ ਪੂਰਨ ਸੁਭ ਕਾਜਾ। ਤਬ ਕਰਨਾ ਬਿਨ ਅੱਖਰ ਏਕ, ਨਹਿ ਉਪਜਤ ਮੁਝ ਹਿਰਦੈ ਬਵੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਉਕਾਗਰ ਕਰਦੇ ਹੋਏ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰ ਪ੍ਰਾਰੰਭ ਹੋਣੀ ਹੈ, ਜੋ ਜਨਮ ਸਾਖੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਕਿਉਂਕਿ ਜੋ 17 ਤਰੀਕ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਅਵਤਾਰ ਦਿਹਾੜੇ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਬਾਰੇ ਵਿਚਾਰ ਹੋਇਆ ਕਰੇਗੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ 17 ਤਰੀਕ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਾ ਹੈ। 19 ਤਰੀਕ ਨੂੰ ਭੋਗ ਪੈਣੇ ਹਨ। ਉਤਨੇ ਦਿਨ ਗੁਰੂ ਨਾਨਕ ਦੇਵ ਜੀ ਦੀ ਸਿਫਤ ਮਹਿਮਾ ਵਡਿਆਈ ਕਰਨੀ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਦੂਸਰੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਖਡੂਰ ਸਾਹਿਬ
ਵਿੱਚ ਕਰਤਾਰਪੁਰ ਜਗਰਾਈ, ਸ੍ਰੀ ਅੰਗਦ ਕੋ ਦੀਨ ਵਡਾਈ। ਆਪਨ ਕੀਨ ਸੱਚਖੰਡ ਪਿਆਨਾ, ਜੋਤ ਰੂਪ ਬੇਬਾਤਨ ਪਲਟਾਨਾ। ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਆਪ ਸੱਚਖੰਡ ਚਲੇ ਗਏ ਅਤੇ ਸ੍ਰੀ ਲਹਿਣਾ ਜੀ ਦੇ ਰੂਪ ਵਿੱਚ ਆਪ ਜੀ ਨੇ ਦੂਜਾ ਸਰੀਰ ਧਾਰਨ ਕਰ ਲਿਆ ਅਤੇ ਖਡੂਰ ਸਾਹਿਬ ਇਸ ਤਰ੍ਹਾਂ ਆਣ ਕੇ ਬਿਰਾਜਮਾਨ ਹੋ ਗਏ ਜਿਸ ਤਰ੍ਹਾਂ ਕੋਈ ਰਾਜਾ ਆਪਣੇ ਇੱਕ ਪੁਸ਼ਾਕ ਉਤਾਰ ਕੇ ਦੂਜੀ ਪਹਿਨ ਕੇ ਤਖਤ ਉੱਤੇ ਆਣ ਕੇ ਬਿਰਾਜਮਾਨ ਹੋ ਜਾਂਦਾ ਹੈ। ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਆਪ ਸੱਚਖੰਡ ਚਲੇ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਸ੍ਰੀ ਲਹਿਣਾ ਜੀ ਦੇ ਰੂਪ ਵਿੱਚ ਆਪ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੂਜਾ ਸਰੀਰ ਧਾਰਨ ਕਰ ਲਿਆ ਤੇ ਖਡੂਰ ਸਾਹਿਬ ਇਸ ਤਰ੍ਹਾਂ ਆਣ ਕੇ ਬਿਰਾਜਮਾਨ ਹੋ ਗਏ ਜਿਸ ਤਰ੍ਹਾਂ ਕੋਈ ਰਾਜਾ ਆਪਣੀ ਇੱਕ ਪੁਸ਼ਾਕ ਉਤਾਰ ਕੇ ਦੂਸਰੀ ਪਹਿਨ ਕੇ ਤਖਤ ਉੱਤੇ ਆ ਕੇ ਬਿਰਾਜਮਾਨ ਹੁੰਦਾ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਤਖਤ ਬੈਠ ਅੰਗਦ ਗੁਰੂ ਕੀਨ ਖਡੂਰ ਨਿਵਾਸ, ਨਰਨ ਉਤਾਰਨ ਕਾਰਨੇ ਕਰਤ ਸੋ ਭਗਤ ਪ੍ਰਗਾਸ। ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੱਚਖੰਡ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਦੇ ਕੇ ਆਗਿਆ ਕੀਤੀ ਕਿ ਪੁਰਖਾ ਹੁਣ ਤੂੰ ਆਪਣੇ ਘਰ ਖਡੂਰ ਸਾਹਿਬ ਚਲਿਆ ਜਾ। ਇਸ ਆਗਿਆ ਅਨੁਸਾਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਆ ਗਏ ਤੇ ਇੱਕ ਕੋਠੜੇ ਵਿੱਚ ਬੈਠ ਕੇ ਇੱਕ ਰਸ ਭਜਨ ਸਿਮਰਨ ਦੇ ਵਿੱਚ ਜੁੜ ਗਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸੱਚਖੰਡ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਦੇ ਕੇ ਆਗਿਆ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਪੁਰਖਾ ਹੁਣ ਤੂੰ ਆਪਣੇ ਘਰ ਖਡੂਰ ਚਲਿਆ ਜਾ। ਇਸ ਆਗਿਆ ਅਨੁਸਾਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਆ ਗਏ। ਇੱਕ ਕੋਠੜੇ ਵਿੱਚ ਬੈਠ ਕੇ ਇੱਕ ਰਸ ਭਜਨ ਸਿਮਰਨ ਦੇ ਵਿੱਚ ਜੁੜ ਗਏ। ਭਾਈ ਬਾਲੇ ਨੇ ਖਡੂਰ ਸਾਹਿਬ ਆਉਣਾ ਕਿ ਜਦ ਅੱਸੂਬਦੀ 10ਵੀਂ ਸੰਮਤ 1596 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਰਾਵੀ ਵਿਖੇ ਜੋਤੀ ਜੋਤ ਸਮਾ ਗਏ ਤਾਂ ਸਿੱਖ ਸੰਗਤਾਂ ਗੁਰੂ ਦਰਸ਼ਨਾਂ ਵਾਸਤੇ ਖਡੂਰ ਸਾਹਿਬ ਜਾਣ ਲੱਗ ਪਈਆਂ। ਤੇ ਇੱਕ ਦਿਨ ਆਪ ਵੈਰਾਗਮਈ ਦਸ਼ਾ ਵਿੱਚ ਬੈਠੇ ਸਨ ਕਿ ਆਪ ਜੀ ਦੇ ਬਚਨ ਆਪ ਜੀ ਨੇ ਬਚਨ ਕੀਤਾ। ਕਹਿਣ ਲੱਗੇ, ਭਾਈ ਕੋਈ ਐਸਾ ਪ੍ਰੇਮੀ ਸਿੱਖ ਹੋਵੇ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਤਰਾ ਦੇ ਕੌਤਕ ਸੁਣਾਵੇ। ਇੱਕ ਦਿਨ ਆਪ ਵੈਰਾਗਮਈ ਦਸ਼ਾ ਵਿੱਚ ਬੈਠੇ ਸਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿ ਆਪ ਜੀ ਨੇ ਬਚਨ ਕੀਤਾ ਕਿ ਭਾਈ ਕੋਈ ਐਸਾ ਪ੍ਰੇਮੀ ਸਿੱਖ ਹੋਵੇ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਤਰਾ ਦੇ ਕੌਤਕ ਸੁਣਾਵੇ। ਜੋ ਜੋ ਪ੍ਰਸੰਗ ਆਪ ਜੀ ਨੇ ਕੀਤੇ ਹਨ ਉਹ ਇਕੱਤਰ ਕਰਕੇ ਲਿਖਵਾਏ ਜਾਣ, ਜਿਨ੍ਹਾਂ ਨੂੰ ਸੁਣ ਕੇ ਸਰਧਾਵਾਨ ਪ੍ਰੇਮੀਆਂ ਦੇ ਮਨਾਂ ਵਿੱਚ ਸ਼ਾਂਤੀ ਪ੍ਰਾਪਤ ਹੋਵੇਗੀ ਅਤੇ ਬੇਅੰਤ ਹੋਰ ਜੀਵਾਂ ਦਾ ਭਲਾ ਹੋਵੇਗਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ
ਇਹ ਬਚਨ ਸੁਣ ਕੇ ਬਾਬਾ ਬੁੱਢਾ ਜੀ ਨੇ ਦੱਸਿਆ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਕੋਈ ਐਸਾ ਸਿੱਖ ਪ੍ਰੇਮੀ ਹੋਵੇ ਜਿਹੜਾ ਗੁਰੂ ਜੀ ਦੀ ਯਾਤਰਾ ਵਾਲੇ ਜਨਮ ਬਾਰੇ ਜਨਮ ਤੋਂ ਲੈ ਕੇ ਜਿਤਨਾ ਚਿਰ ਵੱਧੋ ਵੱਧ ਸਮਾਂ ਨਾਲ ਰਿਹਾ ਹੋਵੇ, ਤਾਂ ਇਹ ਬਚਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਣ ਕੇ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਗੁਰੂ ਜੀ ਪਿੰਡ ਰਾਏ ਭੋਏ ਦੀ ਤਲਮੰਡੀ ਦੇ ਰਹਿਣ ਵਾਲਾ ਭਾਈ ਬਾਲਾ ਸੰਧੂ ਬਹੁਤ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਿਹਾ ਹੈ। ਜੇ ਉਸ ਨੂੰ ਸੱਦ ਲਵੋ ਤਾਂ ਉਹ ਆਪ ਜੀ ਨੂੰ ਗੁਰੂ ਪਾਤਸ਼ਾਹ ਦੇ ਸਾਰੇ ਪ੍ਰਸੰਗ ਜੋ ਜੋ ਉਸ ਦੇ ਨਾਲ ਰਹਿ ਕੇ ਵੇਖੇ ਜਾਂ ਸੁਣੇ ਹਨ, ਉਹ ਬਾਲਾ ਸੰਧੂ ਆਪ ਜੀ ਨੂੰ ਦੱਸੇਗਾ, ਆਪ ਜੀ ਨੂੰ ਲਿਖਵਾ ਦੇਗਾ। ਉਧਰ ਤਲਵੰਡੀ ਵਿਖੇ ਭਾਈ ਬਾਲੇ ਨੂੰ ਵਿਚਾਰ ਆਈ ਕਿ ਖਡੂਰ ਸਾਹਿਬ ਪਹੁੰਚ ਕੇ ਉਸ ਮਹਾਂਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਹਨ ਜੋ ਗੁਰਤਾ ਗੱਦੀ ਤੇ ਬਿਰਾਜਮਾਨ ਹਨ, ਗੁਰੂ ਅੰਗਦ ਦੇਵ ਮਹਾਰਾਜ ਜੀ। ਕਿ ਭਾਈ ਬਾਲੇ ਨੂੰ ਵੀ ਇਹ ਵਿਚਾਰ ਆਈ ਕਿ ਉਸ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਕਿ ਜਿਸ ਨੂੰ ਜਗਤ ਸੁਆਮੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਥਾਂ ਗੱਦੀ ਬਖਸ਼ ਗਏ ਹਨ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਸ ਵਿਚਾਰ ਅਨੁਸਾਰ ਭਾਈ ਬਾਲਾ ਕੁਝ ਦਿਨਾਂ ਉਪਰੰਤ ਗੁਰੂ ਦਰਸ਼ਨਾਂ ਵਾਸਤੇ ਖਡੂਰ ਸਾਹਿਬ ਪਹੁੰਚ ਗਿਆ। ਭਾਈ ਬਾਲੇ ਨੇ ਖਡੂਰ ਸਾਹਿਬ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਤੇ ਆਪਣੀ ਭੇਟਾ ਰੱਖ ਕੇ ਮੱਥਾ ਟੇਕਿਆ। ਭਾਈ ਬਾਲਾ ਜੀ ਨੇ ਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਭਾਈ ਬਾਲਾ ਜੀ, ਭਾਈ ਬਾਲੇ ਦੀ ਜਾਣ ਪਛਾਣ ਵਾਲੇ ਸਿੱਖਾਂ ਨੇ ਜਿਹੜੇ ਭਾਈ ਬਾਲੇ ਜੀ ਨੂੰ ਜਾਣਦੇ ਸਨ, ਉਹਨਾਂ ਸਿੱਖਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੱਸਿਆ ਕਿ ਇਹੀ ਭਾਈ ਬਾਲਾ ਹੈ ਮਹਾਰਾਜ, ਜਿਸ ਨੂੰ ਬਾਬਾ ਬੁੱਢਾ ਜੀ ਕਹਿੰਦੇ ਸਨ ਕਿ ਬੁਲਾ ਕੇ ਉਹਨਾਂ ਤੋਂ ਪੁੱਛੋ, ਉਹ ਲਿਖਵਾ ਦੇਣਗੇ, ਦੱਸ ਦੇਣਗੇ। ਜਿਸ ਨੂੰ ਆਪ ਯਾਦ ਕਰਦੇ ਸੀ। ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਭਾਈ ਬਾਲਾ ਜੀ ਦੇ ਆਉਣ ਤੇ। ਆਪ ਜੀ ਨੇ ਭਾਈ ਬਾਲੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗਲ ਬੱਕੜੀ ਵਿੱਚ ਲੈ ਕੇ ਬੜੇ ਪਿਆਰ ਨਾਲ ਆਖਿਆ ਕਿ ਭਾਈ ਬਾਲਾ, ਤੂੰ ਧੰਨ ਹੈ, ਤੂੰ ਧੰਨ ਹੈ ਜਿਸ ਨੇ ਪਰਮ ਪੁਰਖ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਉਮਰ ਭਰ ਦਰਸ਼ਨ ਕੀਤੇ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਕਿ ਭਾਈ ਬਾਲਾ ਜੀ, ਤੁਸੀਂ ਧੰਨ ਹੋ ਜਿਸ ਨੇ ਪਰਮ ਪੁਰਖ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਉਮਰ ਭਰ ਦਰਸ਼ਨ ਕੀਤੇ ਹਨ। ਇਹਨਾਂ ਬਚਨਾਂ ਦੇ ਨਾਲ ਹੀ ਆਪ ਜੀ ਦੇ ਨੇਤਰਾਂ ਵਿੱਚੋਂ ਪ੍ਰੇਮ ਧਾਰਾ ਦਾ ਜਲ ਵਹਿ ਤੁਰਿਆ ਅਤੇ ਇਸ ਦਸ਼ਾ ਵਿੱਚ ਹੀ ਆਪ ਜੀ ਸਮਾਧੀ ਵਿੱਚ ਲੀਨ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ, ਸਾਰੀ ਸੰਗਤ ਹਾਜ਼ਰੀ ਵਿੱਚ ਬੈਠੀ ਰਹੀ ਤੇ ਭਾਈ ਬਾਲੇ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਸੰਗ ਬੜੇ ਪ੍ਰੇਮ ਤੇ ਸਰਧਾ ਨਾਲ ਸੰਗਤ ਸੁਣਦੀ ਰਹੀ। ਸੂਰਜ ਡੁੱਬ ਗਿਆ, ਸੂਰਜ ਛੁਪ ਗਿਆ ਤੇ ਰਾਤ ਪੈ ਗਈ। ਭਾਈ ਬਾਲਾ ਗੁਰੂ ਜੀ ਦੀਆਂ ਸੁੰਦਰ ਕਥਾਵਾਂ ਸੁਣਾਉਂਦਾ ਰਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ, ਤੇ ਸੰਗਤਾਂ ਬੜੇ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਸੁੰਦਰ ਕਥਾਵਾਂ ਸੁਣਦੀਆਂ ਰਹੀਆਂ। ਇਸ ਤਰ੍ਹਾਂ ਜਦ ਗੁਣ ਗਾਵਤ ਰਹਿਣ ਬਿਹਾਣੀ ਅਨਰਾਸ, ਗੁਣ ਗਾਵਤ ਰਹਿਣ ਬਿਹਾਣੀ ਅਨਸਾਰ ਰਾਤ ਵੀ ਸੰਗਤਾਂ ਦੀ ਗੁਣ ਗਾਉਂਦਿਆਂ ਦੀ ਹੀ ਬੀਤ ਗਈ। ਗੁਰੂ ਨਾਨਕ ਦੇਵ ਜੀ ਦੀਆਂ ਕਥਾਵਾਂ ਸੁਣਦਿਆਂ ਦੀ ਬੀਤ ਗਈ ਅਤੇ ਦੂਸਰੇ ਦਿਨ ਦਾ ਸੂਰਜ ਚੜ੍ਹ ਆਇਆ ਤਾਂ
ਆਪ ਜੀ ਦੀ ਸਮਾਧੀ ਖੁੱਲੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਮਾਧੀ ਤੋਂ ਉਥਾਨ ਹੋ ਕੇ ਆਪ ਜੀ ਇਸ਼ਨਾਨ ਕਰਕੇ ਬੈਠ ਗਏ ਅਤੇ ਫਿਰ ਭਾਈ ਬਾਲਾ ਜੀ ਨੂੰ ਪਾਸ ਬਿਠਾ ਕੇ ਬਚਨ ਕੀਤਾ ਕਿ ਗੁਰ ਅੰਗਦ ਸ੍ਰੀ ਮੁਖ ਕਹਿਓ, ਸਭ ਇਤਿਹਾਸ ਸੁਣਾਓ, ਸ੍ਰੀ ਨਾਨਕ ਤੇ ਜਨਮ ਤੇ ਸਕਲ ਕਥਾ ਸਮਝਾਓ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਬਚਨ ਕਿਹਾ ਭਾਈ ਬਾਲੇ ਜੀ ਨੂੰ। ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਿ ਗੁਰੂ ਅੰਗਦ ਸ੍ਰੀ ਮੁਖ ਕਹਿਓ। ਗੁਰੂ ਅੰਗਦ ਦੇਵ ਜੀ ਨੇ ਆਪਣੇ ਮੁਖ ਦੇ ਵਿੱਚੋਂ ਇਹ ਬਚਨ ਉਚਾਰਨ ਕੀਤੇ। ਕਹਿਣ ਲੱਗੇ ਸਭ ਇਤਿਹਾਸ ਸੁਣਾਓ, ਕਿ ਗੁਰੂ ਨਾਨਕ ਦੇਵ ਜੀ ਦਾ ਜੋ ਇਤਿਹਾਸ ਹੈ ਤੁਸੀਂ ਨਾਲ ਰਹੇ ਸੋ ਉਹ ਸਾਨੂੰ ਸੁਣਾਉਣਾ ਕਰੋ। ਸ੍ਰੀ ਨਾਨਕ ਕੇ ਜਨਮ ਤੇ, ਜਿੰਨਾ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਸੀ ਉਸ ਤੇ ਸਕਲ ਕਥਾ ਸਮਝਾਓ, ਕਿ ਜਿਸੇ ਜੈਸੇ ਨਾਲ ਰਹੇ ਸੀ ਉਹ ਸਾਰੀ ਕਥਾ ਸੁਣਾਉਣਾ ਕਰੋ। ਗੁਰੂ ਅੰਗਦ ਦੇਵ ਜੀ ਦਾ ਇਹ ਬਚਨ ਸੁਣ ਕੇ ਭਾਈ ਬਾਲੇ ਨੇ ਹੱਥ ਜੋੜ ਕੇ ਕਿਹਾ ਕਿ ਗੁਰੂ ਜੀ, ਸਤਿਗੁਰੂ ਗੁਰੂ ਨਾਨਕ ਦੇਵ ਜੀ, ਪਹਿਲੋਂ ਦੀ ਕਥਾ ਤਾਂ ਮੈਨੂੰ ਆਪ ਪਤਾ ਨਹੀਂ, ਜੋ ਕੁਝ ਮੈਂ ਸਿਆਣੇ ਲੋਕਾਂ ਤੋਂ ਸੁਣੀ ਹੈ ਉਹ ਤੁਹਾਨੂੰ ਸੁਣਾਉਂਦਾ ਹਾਂ। ਗੁਰੂ ਅੰਗਦ ਦੇਵ ਜੀ ਦਾ ਇਹ ਬਚਨ ਸੁਣ ਕੇ ਭਾਈ ਬਾਲੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਹੱਥ ਜੋੜ ਕੇ ਕਿਹਾ ਕਿ ਗੁਰੂ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਪਹਿਲੋਂ ਦੀ ਕਥਾ ਮੈਨੂੰ ਆਪ ਪਤਾ ਨਹੀਂ ਹੈ, ਉਹ ਜੋ ਕੁਝ ਮੈਂ ਸਿਆਣੇ ਲੋਕਾਂ ਤੋਂ ਸੁਣੀ ਹੈ ਉਹ ਤੁਹਾਨੂੰ ਸੁਣਾਉਂਦਾ ਹਾਂ। ਜੋ ਇਸ ਤਰ੍ਹਾਂ ਹੈ, ਭਾਈ ਬਾਲਾ ਜੀ ਕਹਿਣ ਲੱਗੇ ਕੱਤਕ ਮਹੀਨੇ ਦੀ ਪੂਰਨਵਾਸੀ ਵਾਲੇ ਦਿਨ 27ਵੇਂ ਨਛੱਤਰ ਵਿੱਚ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਲਿਆ। ਮਹਿਤਾ ਕਾਲੂ ਜੀ ਨੇ ਗੁਰੂ ਜੀ ਦੀ ਜਨਮ ਪੱਤਰੀ ਪੰਡਿਤ ਹਰਦਿਆਲ ਪਾਸੋਂ ਲਿਖਵਾਈ ਸੀ। ਮਹਿਤਾ ਕਾਲੂ ਜੀ ਸੁਰਗਵਾਸ ਹੋ ਜਾਣ ਉਪਰੰਤ ਉਹ ਜਨਮ ਪੱਤਰੀ ਉਹਨਾਂ ਦੇ ਛੋਟੇ ਭਾਈ ਲਾਲੂ ਜੀ ਦੇ ਘਰ ਰੱਖੀ ਹੋਈ ਸੀ। ਤੇ ਭਾਈ ਬਾਲੇ ਪਾਸੋਂ ਜਨਮ ਪੱਤਰੀ ਦੀ ਗੱਲ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਕਿ ਕੁਝ ਕੁ ਤਾਂ ਪਤਾ ਲੱਗਿਆ। ਤੇ ਆਪ ਜੀ ਨੇ ਬਚਨ ਕੀਤਾ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਹਿਣ ਲੱਗੇ ਭਾਈ ਬਾਲਾ ਜੀ, ਕੋਈ ਐਸਾ ਸਿੱਖ ਦੱਸੋ ਜਿਹੜਾ ਸਾਨੂੰ ਗੁਰੂ ਜੀ ਦੀ ਪੱਤਰੀ ਦੇ ਦਰਸ਼ਨ ਕਰਾਵੇ। ਜਿਹੜੀ ਜਨਮ ਪੱਤਰੀ ਲਾਲੂ ਜੀ ਦੇ ਘਰ ਰੱਖੀ ਹੋਈ ਹੈ ਉਸ ਪੱਤਰੀ ਦੇ ਜਨਮ ਪੱਤਰੀ ਦੇ ਦਰਸ਼ਨ ਕਰਵਾਵੇ, ਕੋਈ ਅਜਿਹਾ ਸਿੱਖ ਦੱਸੋ। ਗੁਰੂ ਜੀ ਦਾ ਵਾਕ ਸੁਣ ਕੇ, ਗੁਰੂ ਜੀ ਦਾ ਬਚਨ ਸੁਣ ਕੇ ਬਾਲੇ ਬੇਨਤੀ ਕੀਤੀ। ਕਹਿਣ ਲੱਗੇ ਜੇਕਰ ਇੱਕ ਸਿੱਖ ਹੋਰ ਮੇਰੇ ਨਾਲ ਹੋਵੇ। ਬਾਲਾ ਕਹਿਣ ਲੱਗਿਆ ਕਿ ਮਹਾਰਾਜ ਜੇਕਰ ਇੱਕ ਸਿੱਖ ਹੋਰ ਮੇਰੇ ਨਾਲ ਹੋਵੇ ਤਾਂ ਅਸੀਂ ਮਹਿਤਾ ਕਾਲੂ ਜੀ ਦੇ ਘਰ ਤੋਂ ਪੱਤਰੀ ਲੱਭ ਕੇ ਲੈ ਆਵਾਂਗੇ। ਭਾਈ ਬਾਲੇ ਦੀ ਇਹ ਗੱਲ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਇੱਕ ਸਿੱਖ ਲਾਲਾ ਪੰਨੂ ਨੂੰ ਸੱਦ ਕੇ ਹੁਕਮ ਕੀਤਾ ਕਿ ਭਾਈ ਬਾਲੇ ਨਾਲ ਤਲਵੰਡੀ ਜਾਓ ਅਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਬਾਬੇ ਕਾਲੂ ਦੇ ਘਰੋਂ ਲੈ ਕੇ ਸੀ ਘਰ ਛੇਤੀ ਹੀ ਆਓ। ਲਾਲਾ ਪੰਨੂ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਖੁਸ਼ੀ ਨਾਲ ਫੁੱਲ ਕੇ ਪਹਾੜ ਹੋ ਗਿਆ ਕਿ ਮੈਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਲੈਣ ਵਾਸਤੇ ਹੁਕਮ ਹੋਇਆ ਹੈ। ਕਿ ਬੜਾ ਹੌਸਲਾ ਹੋਇਆ ਅਤੇ ਆਪਣੇ ਧਨ ਭਾਗ ਸਮਝ ਕੇ ਭਾਈ ਬਾਲੇ ਨਾਲ ਤਲਵੰਡੀ ਜਾਣ ਵਾਸਤੇ ਤਿਆਰ ਹੋ ਗਿਆ ਲਾਲਾ ਪੰਨੂ ਜੀ। ਭਾਈ ਬਾਲਾ ਤੇ
ਲਾਲਾ ਪੰਨੂ ਦੋਵੇਂ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਮਹਿਮਾ ਦੇ ਪ੍ਰਸੰਗ ਕਥਨ ਕਰਦੇ ਹੋਏ ਤਲਵੰਡੀ ਪਹੁੰਚ ਗਏ। ਭਾਈ ਬਾਲੇ ਨੇ ਲਾਲੂ ਦੇਵੀ ਨੂੰ ਆਖਿਆ ਕਿ ਇਸ ਸਿੱਖ ਨੂੰ ਮੇਰੇ ਨਾਲ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਲੈਣ ਵਾਸਤੇ ਭੇਜਿਆ ਹੈ। ਆਪ ਕਿਰਪਾ ਕਰਕੇ ਸਾਨੂੰ ਉਹ ਪੱਤਰੀ ਦੇ ਦੇਵੋ। ਤਦ ਲਾਲੂ ਦੇਵੀ ਨੇ ਕਿਹਾ, ਭਾਈ ਬਾਲਾ, ਮੈਨੂੰ ਪੱਤਰੀ ਦਾ ਕੋਈ ਥਹੁ ਪਤਾ ਨਹੀਂ, ਪਰ ਪਹਿਲਾਂ ਮੈਨੂੰ ਤੂੰ ਇਹ ਦੱਸ ਕਿ ਗੁਰਿਆਈ ਸ੍ਰੀ ਅੰਗਦ ਸਿੱਖ ਨੂੰ ਮਿਲੀ ਹੈ ਜਾਂ ਪੁੱਤਰ ਸ੍ਰੀ ਚੰਦ ਲਖਮੀ ਦਾਸ ਨੂੰ ਮਿਲੀ ਹੈ। ਪਹਿਲਾਂ ਮੈਨੂੰ ਇਹ ਦੱਸ। ਤਾਂ ਭਾਈ ਬਾਲੇ ਨੇ ਆਖਿਆ ਲਾਲੂ ਜੀ ਨੂੰ ਕਿ ਗੁਰਿਆਈ ਗੱਦੀ ਗੁਰੂ ਅੰਗਦ ਨੂੰ ਮਿਲੀ ਹੈ, ਜਿਸ ਦੇ ਅੱਗੇ ਗੁਰੂ ਨਾਨਕ ਦੇਵ ਜੀ ਨੇ ਆਪ 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਹੈ ਕਿ ਗੁਰੂ ਅੰਗਦ ਦੇਵ ਨੂੰ ਗੁਰਤਾ ਗੱਦੀ ਦਿੱਤੀ ਹੈ ਗੁਰੂ ਨਾਨਕ ਦੇਵ ਨੇ, ਅਤੇ ਆਪਣੇ ਥਾਂ ਅਸਥਾਨ ਕੀਤਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਰਾਬਰ ਹੁਣ ਹੋਰ ਕੌਣ ਹੋ ਸਕਦਾ ਹੈ? ਭਾਈ ਬਾਲਾ ਜੀ ਕਹਿਣ ਲੱਗੇ। ਤੇ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਗੁਰੂ ਜੀ ਦੀ ਔਲਾਦ ਕਰਕੇ ਪੂਜੇ ਤੇ ਮੰਨੇ ਜਾਣਗੇ, ਪਰ ਸ੍ਰੀ ਗੁਰੂ ਅੰਗਦ ਜੀ ਕਰਕੇ ਮੰਨੇ ਤੇ ਪੂਜੇ ਜਾਣਗੇ। ਪਰ ਸ੍ਰੀ ਅੰਗਦ ਗੁਰੂ ਜੀ ਕਰਕੇ ਮੰਨੇ ਤੇ ਪੂਜੇ ਜਾਣਗੇ, ਤੇ ਲਖਮੀ ਦਾਸ ਤੇ ਸ੍ਰੀ ਚੰਦ ਔਲਾਦ ਹੋਣ ਕਰਕੇ ਮੰਨੇ ਤੇ ਪੂਜੇ ਜਾਣਗੇ। ਸਿੱਖ ਸੰਗਤਾਂ ਨੇ ਆਪ ਨਿਰਣਾ ਕਰਕੇ ਵੇਖ ਲਿਆ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਵਿੱਚ ਕੋਈ ਭਿੰਨ ਭੇਦ ਨਹੀਂ, ਦੋਵੇਂ ਇੱਕੋ ਰੂਪ ਹਨ। ਜਥਾ ਸੋਧਿਓ ਹਮ ਜੋ ਗੁਰ ਭਇਓ, ਅੰਗਦ ਪਰਮ ਨਿਧਾਨ, ਸ੍ਰੀ ਨਾਨਕ ਪੁਨ ਤੇ ਵਿਖੈ, ਭੇਦ ਨਾ ਕੋ ਜਾਨ। ਕਿ ਗੁਰੂ ਨਾਨਕ ਤੇ ਗੁਰੂ ਅੰਗਦ ਦੇ ਵਿੱਚ ਕੋਈ ਭੇਦ ਨਹੀਂ। ਬਾਲੇ ਨੇ ਫਿਰ ਆਖਿਆ ਕਿ ਲਾਲੂ ਜੀ, ਗੁਰੂ ਅੰਗਦ ਜੀ ਨੇ ਹੀ ਸਾਨੂੰ ਜਨਮ ਪੱਤਰੀ ਲੈਣ ਵਾਸਤੇ ਭੇਜਿਆ ਹੈ, ਸਾਨੂੰ ਜਨਮ ਪੱਤਰੀ ਦੇ ਦਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਇਹ ਗੱਲ ਸੁਣ ਕੇ ਲਾਲੂ ਜੀ ਨੇ ਬਾਲੇ ਨੂੰ ਕਿਹਾ, ਭਾਈ ਪੱਤਰੀ ਤੁਸੀਂ ਆਪ ਲੇਖੇ ਦੇ ਕਾਗਜ਼ਾਂ ਵਿੱਚੋਂ ਲੱਭ ਲਓ। ਜੋ ਕਾਗਜ਼ ਸਨ ਲੇਖੇ ਜੋਖੇ ਵਾਲੇ। ਤੇ ਲਾਲੂ ਜੀ ਨੇ ਬਾਲਾ ਜੀ ਨੂੰ ਕਿਹਾ ਕਿ ਤੁਸੀਂ ਆਪ ਹੀ ਲੱਭ ਲਓ ਇਹ ਕਾਗਜ਼ਾਂ ਵਿੱਚੋਂ, ਮੈਨੂੰ ਨਹੀਂ ਲੱਭ ਸਕਦੀ, ਮੈਨੂੰ ਪਤਾ ਨਹੀਂ। ਬਾਲੇ ਨੇ ਕਿਹਾ, ਲਾਲੂ ਜੀ ਤੁਹਾਡੇ ਤੋਂ ਬਿਨਾਂ ਹੋਰ ਕੌਣ ਇਹ ਕੰਮ ਕਰ ਸਕਦਾ ਹੈ? ਆਪ ਹੀ ਖੇਚਲ ਕਰਕੇ ਜਨਮ ਪੱਤਰੀ ਕਾਗਜ਼ਾਂ ਵਿੱਚੋਂ ਲੱਭੋ। ਬਾਲੇ ਦੀ ਬੇਨਤੀ ਮੰਨ ਕੇ ਜਦ ਲਾਲੂ ਜੀ ਨੇ ਆਪਣੇ ਕਾਗਜ਼ ਫਰੋਲਣੇ ਆਰੰਭ ਕੀਤੇ ਤਾਂ 5ਵੇਂ ਦਿਨ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਮਿਲ ਗਈ। ਲਾਲੂ ਜੀ ਨੇ ਪੱਤਰੀ ਲੱਭ ਕੇ ਭਾਈ ਬਾਲੇ ਨੂੰ ਦਿੱਤੀ, ਤੇ ਭਾਈ ਬਾਲੇ ਨੇ ਲਾਲਾ ਪੰਨੂ ਨੂੰ ਸੌਂਪ ਦਿੱਤੀ, ਜਿਹੜਾ ਗੁਰਸਿੱਖ ਨਾਲ ਭੇਜਿਆ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਉਸ ਨੂੰ ਫੜਾ ਦਿੱਤੀ। ਜਨਮ ਪੱਤਰੀ ਸਾਂਭ ਕੇ ਲਾਲਾ ਪੰਨੂ ਨੇ ਬਾਲੇ ਨੂੰ ਆਖਿਆ, ਭਾਈ ਬਾਲਾ ਚੱਲੋ ਵਾਪਸ ਖੰਡੂਰ ਚੱਲ ਕੇ ਪੱਤਰੀ ਗੁਰੂ ਅੰਗਦ ਦੇਵ ਜੀ ਨੂੰ ਦੇਈਏ। ਆਪ ਜੀ ਇਸ ਨੂੰ ਵੇਖ ਕੇ ਬੜੇ ਪ੍ਰਸੰਨ ਹੋਣਗੇ ਜਦੋਂ ਪੱਤਰੀ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਸੌਂਪਣਾ ਕੀਤੀ। ਪੰਨੂ ਲਾਲਾ ਦੀ ਇਹ ਗੱਲ ਮੰਨ ਕੇ ਭਾਈ ਬਾਲੇ ਨੇ ਜਦ ਲਾਲੂ ਜੀ ਤੋਂ ਵਿਦਾ ਮੰਗੀ ਤਾਂ ਚਾਚਾ ਲਾਲੂ ਜੀ ਨੇ
ਵੱਲੋਂ 5 ਪੈਸੇ ਤੇ 1 ਨਰੇਲ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਭੇਟ ਕਰਨ ਵਾਸਤੇ ਦਿੱਤਾ ਅਤੇ ਆਖਿਆ ਕਿ ਮੇਰੇ ਵੱਲੋਂ ਸ੍ਰੀ ਗੁਰੂ ਮੇਰੇ ਵੱਲੋਂ ਗੁਰੂ ਜੀ ਅੱਗੇ 1 ਨਰੇਲ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਭੇਟ ਕਰਨ ਵਾਸਤੇ ਦਿੱਤਾ ਤੇ ਆਖਿਆ ਕਿ ਮੇਰੇ ਵੱਲੋਂ ਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਜੇ ਸ੍ਰੀ ਚੰਦ ਜੀ ਕੋਈ ਰੋਸ ਕਰਨ ਤਾਂ ਤੁਸੀਂ ਸ਼ਾਂਤੀ ਰੱਖਣੀ ਗੁਰਤਾ ਗੱਦੀ ਪਿੱਛੇ। ਇਹ ਲਾਲੂ ਜੀ ਨੇ ਕਿਹਾ ਕਿ ਗੁਰੂ ਜੀ ਅੱਗੇ ਅਰਦਾਸ ਕਰਨੀ, ਬੇਨਤੀ ਕਰਨੀ ਕਿ ਜੇ ਸ੍ਰੀ ਚੰਦ ਜੀ ਕੋਈ ਰੋਸ ਕਰਨ ਤੁਸੀਂ ਸ਼ਾਂਤੀ ਰੱਖਣੀ ਹੈ। ਅੱਗੇ ਭਾਈ ਬਾਲੇ ਨੇ ਕਿਹਾ ਲਾਲੂ ਜੀ ਤੁਸਾਂ ਚਿੰਤਾ ਕੋਈ ਨਹੀਂ ਕਰਨੀ, ਗੁਰੂ ਅੰਗਦ ਦੇਵ ਜੀ ਬੜੇ ਸੀਤਲ ਸੁਭਾਅ ਵਾਲੇ ਹਨ। ਜਿਸ ਤਰ੍ਹਾਂ ਸੂਰਜ ਦੇ ਨੇੜੇ ਹਨੇਰਾ ਨਹੀਂ ਆਉਂਦਾ ਤਿਵੇਂ ਹੀ ਇਹਨਾਂ ਦੇ ਨੇੜੇ 5 ਦੋਸ਼ ਨਹੀਂ ਆਉਂਦੇ। ਇਸ ਤਰ੍ਹਾਂ ਦੀਆਂ ਪ੍ਰੇਮਮਈ ਗੱਲਾਂ ਕਰਕੇ ਭਾਈ ਬਾਲਾ ਤੇ ਲਾਲੂ ਪੰਨੂ ਪੱਤਰੀ ਲੈ ਕੇ ਬੜੀ ਖੁਸ਼ੀ ਨਾਲ ਲਾਲੂ ਜੀ ਤੋਂ ਵਿਦਾ ਹੋ ਕੇ ਖੰਡੂਰ ਨੂੰ ਚੱਲੇ। ਖੰਡੂਰ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਪੱਤਰੀ ਦਿੱਤੀ ਤੇ ਆਪ ਜੀ ਨੇ ਪ੍ਰਸੰਨ ਹੋ ਕੇ ਅਸੀਸ ਦਿੱਤੀ, ਭਾਈ ਬਾਲਾ ਕਰਤਾਰ ਚਿੱਤ ਆਵੇ, ਅੱਜ ਤੁਸਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨੀ ਕਰਾ ਦਿੱਤੇ ਜਨਮ ਪੱਤਰੀ ਲਿਆ ਕੇ। ਫਿਰ ਗੁਰੂ ਜੀ ਨੇ ਪੱਤਰੀ ਨੂੰ ਪਹਿਲਾਂ ਅੱਖਾਂ ਨਾਲ ਲਾਇਆ ਤੇ ਸਿਰ ਤੇ ਰੱਖ ਕੇ ਸਤਿਕਾਰ ਕੀਤਾ। ਉਪਰੰਤ ਜਦ ਆਪ ਜੀ ਨੇ ਪੱਤਰੀ ਖੋਲ ਕੇ ਵੇਖੀ ਤਾਂ ਉਹ ਸੰਸਕ੍ਰਿਤ ਅੱਖਰਾਂ ਵਿੱਚ ਲਿਖੀ ਹੋਈ ਸੀ। ਇਹ ਵੇਖ ਕੇ ਆਪ ਜੀ ਨੇ ਵਾਚਨ ਕੀਤਾ, ਭਾਈ ਬਾਲਾ ਕੋਈ ਅਜਿਹਾ ਸਿੱਖ ਲਿਆਓ ਜਿਹੜਾ ਸੰਸਕ੍ਰਿਤ ਅਤੇ ਗੁਰਮੁਖੀ ਅੱਖਰ ਦੋਵੇਂ ਲਿਖ ਪੜ੍ਹ ਸਕਦਾ ਹੋਵੇ। ਆਪ ਜੀ ਦਾ ਇਹ ਵਚਨ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮਹਿਮਾ ਖਹਿਰਾ ਜੱਟ ਜਿਸ ਦੇ ਘਰ ਵਿੱਚ ਗੁਰੂ ਜੀ ਨਿਵਾਸ ਰੱਖਦੇ ਸਨ ਕਿ ਬੋਲਿਆ, ਗੁਰੂ ਜੀ ਸੁਲਤਾਨਪੁਰ ਵਿੱਚ ਇੱਕ ਖੱਤਰੀ ਪੈੜਾ ਮੋਖਾ ਰਹਿੰਦਾ ਸੀ। ਉਹ ਇਹ ਦੋਵੇਂ ਅੱਖਰ ਲਿਖਣੇ ਤੇ ਪੜ੍ਹਨੇ ਜਾਣਦਾ ਸੀ। ਗੁਰੂ ਜੀ ਬੋਲੇ, ਭਾਈ ਉਸ ਖੱਤਰੀ ਨੂੰ ਜ਼ਰੂਰ ਸੱਦ ਕੇ ਲਿਆਵੋ। ਤਾਂ ਅੱਗੋਂ ਮਹਿਮੇ ਖਹਿਰੇ ਨੇ ਕਿਹਾ, ਭਲਾ ਗੁਰੂ ਜੀ ਮੈਂ ਜਾਂਦਾ ਹਾਂ ਤੇ ਉਸ ਨੂੰ ਲੈ ਕੇ ਆਉਂਦਾ ਹਾਂ। ਇਹ ਗੱਲ ਕਰਕੇ ਮਹਿਮਾ ਖਹਿਰਾ ਸੁਲਤਾਨਪੁਰ ਚਲਿਆ ਗਿਆ ਅਤੇ ਉੱਥੋਂ ਦੂਏ ਦਿਨ ਪੈੜੇ ਮੋਖੇ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਿਆ। ਪੈੜੇ ਮੋਖੇ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਗੁਰੂ ਜੀ ਨੇ ਕਿਹਾ ਕਿ ਭਾਈ ਪੈੜਾ ਮੋਖਾ, ਇਹ ਪੱਤਰੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਇਸ ਨੂੰ ਪੜ੍ਹ ਕੇ ਸਾਨੂੰ ਸੁਣਾਓ। ਇਹ ਆਗਿਆ ਸੁਣ ਕੇ ਜਦ ਪੈੜੇ ਮੋਖੇ ਨੇ ਪੱਤਰੀ ਪੜ੍ਹ ਕੇ ਗੁਰੂ ਜੀ ਨੂੰ ਸੁਣਾਈ ਤਾਂ ਆਪ ਜੀ ਨੇ ਪ੍ਰਸੰਨ ਹੋ ਕੇ ਆਖਿਆ, ਭਾਈ ਪੈੜਾ ਇਹ ਸਾਨੂੰ ਗੁਰਮੁਖੀ ਅੱਖਰਾਂ ਵਿੱਚ ਲਿਖ ਦਿਓ। ਪੈੜੇ ਮੋਖੇ ਨੇ ਆਖਿਆ, ਭਲਾ ਗੁਰੂ ਜੀ ਕਾਗਜ਼ ਸਿਆਹੀ ਮੰਗਵਾ ਦਿਓ ਤਾਂ ਮੈਂ ਇਸ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖ ਦਿੰਦਾ ਹਾਂ। ਗੁਰੂ ਜੀ ਨੇ ਪੈੜੇ ਨੂੰ ਛੇਤੀ ਹੀ ਕਾਗਜ਼ ਕਲਮ ਤੇ ਦਵਾਤ ਮੰਗਵਾ ਦਿੱਤੀ, ਜਿਸ ਕਰਕੇ ਉਸਨੇ ਥੋੜ੍ਹੇ ਸਮੇਂ ਵਿੱਚ ਹੀ ਗੁਰਮੁਖੀ ਅੱਖਰਾਂ ਵਿੱਚ ਲਿਖ ਕੇ ਪੱਤਰੀ ਗੁਰੂ ਜੀ ਦੇ ਅੱਗੇ ਰੱਖ ਦਿੱਤੀ। ਇਸ ਪੱਤਰੀ ਨੂੰ ਗੁਰੂ ਜੀ ਨੇ ਆਪਣੇ ਆਸਣ ਉੱਤੇ ਬੈਠ ਕੇ ਪੜ੍ਹਦੇ ਅਤੇ ਬਹੁਤ ਸਿੱਖ ਆਣ ਕੇ ਉਸ ਨੂੰ ਸੁਣਦੇ ਸਨ, ਜਿਨ੍ਹਾਂ ਵਿੱਚੋਂ ਕੁਝ ਪ੍ਰਸਿੱਧ ਇਹ ਸਨ। ਭਾਈ ਬੁੱਢਾ ਜੀ ਗੁਰੂ ਅਮਰਦਾਸ ਜੀ ਦੇ ਭਾਈ ਜੀਵਾ, ਭਾਈ ਪਾਰੋ ਜੁਲਕਾ,
ਪਿੰਜ ਨਾਈ ਆਦਿਕ ਪ੍ਰੇਮੀ ਸਿੱਖ ਜੋ ਨੇਮ ਨਾਲ ਤੇ ਪ੍ਰੇਮ ਨਾਲ ਹਰ ਰੋਜ਼ ਆਣ ਕੇ ਕਥਾ ਸੁਣਿਆ ਕਰਦੇ ਸਨ। ਜਦ ਇਸ ਤਰ੍ਹਾਂ ਪੱਤਰੀ ਤਿਆਰ ਹੋ ਗਈ ਅਤੇ ਗੁਰਮੁਖੀ ਲਿਖਣ ਵਾਲਾ ਸਿੱਖ ਵੀ ਆ ਗਿਆ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ, ਹੁਣ ਆਦਿ ਤੋਂ ਅੰਤ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਪੂਰਨ ਪ੍ਰਸੰਗ ਸੁਣਾਉਣਾ, ਪੈੜਾ ਮੋਖਾ ਇਸ ਨੂੰ ਲਿਖੀ ਜਾਣਗੇ। ਜਦ ਇਸ ਤਰ੍ਹਾਂ ਪੱਤਰੀ ਤਿਆਰ ਹੋ ਗਈ ਅਤੇ ਗੁਰਮੁਖੀ ਵਿੱਚ ਲਿਖਣ ਵਾਲਾ ਸਿੱਖ ਵੀ ਆ ਗਿਆ ਸੀ ਜਿਸ ਨੇ ਲਿਖੀ ਸੀ, ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ, ਹੁਣ ਆਦਿ ਤੋਂ ਅੰਤ ਤੱਕ ਗੁਰੂ ਨਾਨਕ ਦੇਵ ਜੀ ਦਾ ਪ੍ਰਸੰਗ ਜਿਹੜਾ ਤੁਸੀਂ ਨਾਲ ਰਿਹਾ ਉਹ ਵੀ ਲਿਖਵਾ ਦਿਓ, ਜਿਹੜਾ ਸਿਆਣੇ ਗੁਰਮੁਖਾਂ ਤੋਂ ਸੁਣਿਆ ਹੈ ਉਹ ਵੀ ਪ੍ਰਸੰਗ ਲਿਖਿਆ ਦਿਓ, ਜਿਸ ਨੂੰ ਪੜ੍ਹ ਕੇ ਜਗਤ ਦੇ ਜੀਵਾਂ ਦਾ ਉਧਾਰ ਹੋਵੇਗਾ। ਬਾਲੇ ਨੇ ਕਿਹਾ, ਸਤ ਬਚਨ ਗੁਰੂ ਜੀ। ਫਿਰ ਉਸ ਤੋਂ ਬਾਅਦ ਭਾਈ ਬਾਲੇ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਭਾਵ ਜਿੰਨਾ ਵੀ ਪਤਾ ਸੀ ਓਨਾ ਲਿਖਵਾਉਣਾ ਕੀਤਾ। ਇਸੇ ਕਰਕੇ ਭਾਈ ਬਾਲੇ ਵਾਲੀ ਜਨਮ ਸਾਖੀ ਮਸ਼ਹੂਰ ਹੈ, ਕਿਉਂਕਿ ਉਹ ਨਾਲ ਰਹੇ ਸੀ, ਉਹਨਾਂ ਨੇ ਆਪ ਲਿਖਵਾਈ ਸੀ ਇਹ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਬਾਲਾ ਜੀ ਨੇ ਲਿਖਾਇਆ। ਬਾਲਾ ਕਰਤ ਉਚਾਰ ਮੁਖ, ਪੈੜੇ ਲਿਖੀ ਸੁਧਾਰ, ਲਿਖਵਾਈ ਅੰਗਤ ਗੁਰੂ, ਜਗ ਕੇ ਕਾਜ ਉਧਾਰ। ਕਿ ਬਾਲਾ ਕਰਤ ਉਚਾਰ, ਬਾਲਾ ਉਚਾਰਨ ਕਰਿਆ ਕਰਦਾ ਸੀ ਮੁਖ ਤੋਂ। ਪੈੜੇ ਲਿਖੀ ਸੁਧਾਰ, ਪੈੜੇ ਨੇ ਸੁਧਾਰ ਕੇ ਉਹ ਜਨਮ ਸਾਖੀ ਲਿਖਣਾ ਕੀਤੀ। ਲਿਖਵਾਈ ਅੰਗਦ ਗੁਰੂ ਜਗ ਕੇ, ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖਵਾਉਣਾ ਕੀਤੀ ਸੀ। ਕਾਰਜ ਉਧਾਰ, ਜਿਸ ਦੇ ਨਾਲ ਸੰਗਤਾਂ ਦੇ ਕਾਰਜ ਰਾਸ ਹੋਇਆ ਕਰਨਗੇ। ਕਿ ਸ੍ਰੀ ਗੁਰੂ ਅੰਗਦ ਦੇਵ ਜੀ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੋ ਗਏ। ਭਾਈ ਬੁੱਢਾ ਜੀ ਪ੍ਰੇਮੀ ਤੇ ਨੇਮੀ ਸਰੋਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਬੈਠ ਗਏ। ਪੈੜਾ ਮੋਖਾ ਲਿਖਣ ਲੱਗਿਆ ਤੇ ਭਾਈ ਬਾਲਾ ਉਚਾਰਨ ਕਰਨ ਲੱਗਿਆ। ਭਾਈ ਬਾਲਾ ਬੋਲਿਆ ਕਿ ਗੁਰੂ ਜੀ, ਕਲਯੁਗ ਦੇ ਜੋਗ ਕਰਕੇ ਸੰਸਾਰ ਵਿੱਚ ਵੱਡੇ ਵੱਡੇ ਉਪੱਦਰ ਤੇ ਪਾਪ ਹੋਣ ਲੱਗੇ। ਗਊ ਗਰੀਬ ਦੀ ਰੱਖਿਆ ਕਰਨ ਵਾਲਾ ਕੋਈ ਸਮਰੱਥ ਨਾ ਰਿਹਾ। ਕਾਜੀ ਮੁੱਲਾਂ ਵੱਡੀਆਂ ਲੈ ਕੇ ਝੂਠੇ ਨਿਆਂ ਕਰਨ ਲੱਗ ਪਏ। ਸੰਸਾਰ ਵਿੱਚ ਝੂਠ ਦਾ ਹੀ ਬੋਲਬਾਲਾ ਹੋਣ ਲੱਗਿਆ। ਪਾਠ ਪੂਜਾ ਤੀਰਥ ਆਦ ਧਰਮ ਕਰਮ ਕਰਨੇ ਜੋਰੋ ਜਬਰੀ ਬੰਦ ਕੀਤੇ ਗਏ। ਜੋਰੋ ਜਬਰੀ ਬੰਦ ਕੀਤੇ ਗਏ ਕਿ ਪਾਠ ਪੂਜਾ ਕਰਨਾ, ਤੀਰਥਾਂ ਤੇ ਇਸ਼ਨਾਨ ਕਰਨਾ, ਧਰਮ ਕਰਨੇ, ਇਹ ਜੋਰੋ ਜਬਰੀ ਬੰਦ ਕੀਤੇ ਗਏ। ਮੰਦਰ ਦੇਹਰੇ ਢਾਹ ਢੇਰੀ ਕਰ ਦਿੱਤੇ ਗਏ। ਜਦ ਅਨੇਕ ਪ੍ਰਕਾਰ ਦੇ ਪਾਪ ਕਰਮ ਹੋਣ ਕਰਕੇ ਧਰਤੀ ਵਿਆਕੁਲ ਹੋ ਗਈ ਤਾਂ ਉਸਨੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਹੁਣ ਮੇਰੇ ਪਾਸੋਂ ਪਾਪਾਂ ਦਾ ਭਾਰ ਸਹਾਰਨਾ ਕਠਿਨ ਹੋ ਗਿਆ ਹੈ। ਕਿਰਪਾ ਕਰਕੇ ਕੋਈ ਮਹਾਂਪੁਰਖ ਭੇਜੋ ਜੋ ਲੋਕਾਂ ਨੂੰ ਪਾਪ ਕਰਮਾਂ ਤੋਂ ਮੋੜ ਕੇ ਪੁੰਨ ਕਰਮਾਂ ਵੱਲ ਲਾਵੇ। ਧਰਤੀ ਦੀ ਇਸ ਤਰ੍ਹਾਂ ਦੀ ਪੁਕਾਰ ਸੁਣ ਕੇ ਪਰਮਾਤਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਭੇਜਿਆ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਿ ਕਲਯੁਗ ਦੇ ਵਿੱਚ ਇਸ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨਾ ਕੀਤਾ ਸੀ। ਕਾਰਨ ਗੁਰ ਅਵਤਾਰ ਕੋ ਮੈਂ ਵਰਨਿਓ ਚਿਤ ਲਾਏ, ਸੁਨੋ ਜਨਮ ਕੀ ਅਵ ਕਥਾ, ਸ੍ਰੀ ਅੰਗਦ ਸੁਖਦਾਏ। ਕਿ ਗੁਰੂ ਜੀ ਨੇ ਅਵਤਾਰ ਧਾਰਨਾ
ਇਹ ਬਾਲਾ ਜੀ ਨੇ ਲਿਖਾਇਆ ਕਿ ਭਾਈ ਬਾਲਾ ਜੀ ਨੇ ਕਿਹਾ ਕਿ ਗੁਰੂ ਜੀ ਦੇ ਅਵਤਾਰ ਧਾਰਨ ਦੀ ਕਥਾ ਮੈਂ ਆਪ ਜੀ ਨੂੰ ਬੜੇ ਪ੍ਰੇਮ ਨਾਲ ਸੁਣਾਈ ਹੈ। ਹੁਣ ਆਪ ਜੀ ਦੇ ਜਨਮ ਦੀ ਸੁੱਖ ਦੇਣ ਵਾਲੀ ਕਥਾ ਸੁਣੋ। ਕਹਿਣ ਲੱਗੇ 9 ਖੰਡ ਪ੍ਰਿਥਵੀ ਵਿੱਚੋਂ ਇਹ ਜੋ ਸ੍ਰੇਸ਼ਟ ਭਾਰਤ ਖੰਡ ਹੈ, ਇਸ ਵਿੱਚ ਪੰਜਾਬ ਇੱਕ ਬੜਾ ਸੋਭਨੀਕ ਸੁੰਦਰ ਦੇਸ਼ ਹੈ। ਇਸ ਵਿੱਚ ਦੁੱਧ ਘਿਓ ਦੀਆਂ ਨਦੀਆਂ ਚੱਲਦੀਆਂ ਹਨ। ਇਸਤਰੀ ਪੁਰਸ਼ ਨਿਰਸਲ ਅਤੇ ਸਿੱਧੇ ਸੁੱਧੇ ਹਨ। ਇਸ ਦੇ ਬਾਹਰ ਦੇ ਇਲਾਕੇ ਵਿੱਚ ਇੱਕ ਤਲਮੰਡੀ ਗ੍ਰਾਮ ਹੈ, ਤਲਮੰਡੀ ਪਿੰਡ ਹੈ। ਇਸ ਗ੍ਰਾਮ ਦਾ ਹਾਕਮ ਰਾਏ ਬਲਾਰ ਬੜਾ ਨੇਕ ਤੇ ਰਹਿਮਦਿਲੀ ਹੈ। ਇਸ ਤਲਮੰਡੀ ਗ੍ਰਾਮ ਵਿੱਚ ਇਸ ਤਲਮੰਡੀ ਵਿੱਚ ਸ਼ਿਵ ਰਾਮ ਬੇਦੀ ਦੇ 2 ਪੁੱਤਰ ਕਾਲੂ ਤੇ ਲਾਲੂ ਰਹਿੰਦੇ ਹਨ। ਕਾਲੂ ਮਹਿਤਾ ਇੱਥੋਂ ਦੇ ਹਾਕਮ ਰਾਏ ਬਲਾਰ ਦਾ ਪਟਵਾਰੀ ਹੈ ਅਤੇ ਲਾਲੂ ਇਸ ਦਾ ਛੋਟਾ ਭਰਾ ਦੁਕਾਨ ਦਾ ਕੰਮ ਕਰਦਾ ਹੈ। ਮਹਿਤਾ ਕਾਲੂ ਬੜਾ ਨੇਕ ਤੇ ਸੰਜਮੀ ਪੁਰਸ਼ ਸੀ ਅਤੇ ਉਸ ਦੇ ਘਰ ਵਾਲੀ ਮਾਤਾ ਤ੍ਰਿਪਤਾ ਬੜੀ ਸੀਲ ਤੇ ਸਾਰੇ ਨੇਕ ਗੁਣਾ ਕਰਕੇ ਪੂਰਨ ਇਸਤਰੀ ਸੀ। ਇਹਨਾਂ ਦੇ ਘਰ ਪਹਿਲਾਂ ਇੱਕ ਬੀਬੀ ਨੇ ਜਨਮ ਲਿਆ ਸੀ ਤੇ ਜਿਸ ਦਾ ਨਾਮ ਇਹਨਾਂ ਨੇ ਨਾਨਕੀ ਰੱਖਿਆ। ਸਮਾਂ ਪਾ ਕੇ ਕੱਤਕ ਦੀ ਪੂਰਨਮਾਸੀ ਸੰਮਤ 1516 ਨੂੰ ਅੱਧੀ ਰਾਤ ਤੋਂ 1 ਘੜੀ ਉੱਪਰ ਅਨੁਰਾਧਾ ਨਛੱਤਰ ਵਿਖੇ ਇਹਨਾਂ ਦੇ ਘਰ ਬਾਲਕ ਨੇ ਜਨਮ ਲਿਆ। ਇਸ ਬਾਲਕ ਦੇ ਜਨਮ ਦੀਆਂ ਮਹਿਤਾ ਕਾਲੂ ਬੇਦੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਇਸ ਵਿੱਚ ਜਾਚਕ ਲੋਕਾਂ ਨੂੰ ਬਹੁਤ ਅੰਨ ਦਾਣਾ ਤੇ ਕੱਪੜਾ ਨਗਦੀ ਵੰਡਿਆ ਗਿਆ। ਉਸ ਤੋਂ ਬਾਅਦ ਜਦ ਜਨਮ ਤੋਂ ਬਾਅਦ ਦਿਨ ਚੜ੍ਹਿਆ ਤਾਂ ਮਹਿਤਾ ਕਾਲੂ ਜੀ ਹਰਦਿਆਲ ਪਾਦੇ ਦੇ ਘਰ ਗਏ ਅਤੇ ਆਖਿਆ ਕਿ ਪਾਦਾ ਜੀ, ਸਾਡੇ ਘਰ ਬਾਲਕ ਨੇ ਜਨਮ ਲਿਆ ਹੈ, ਤੁਸੀਂ ਉਸ ਦੀ ਜਨਮ ਪੱਤਰੀ ਤਿਆਰ ਕਰਕੇ ਉਸ ਦਾ ਨਾਮ ਰੱਖੋ। 5 ਘੜੀ ਦਿਨ ਚੜ੍ਹੇ ਉਪਰੰਤ ਪੰਡਤ ਹਰਦਿਆਲ ਮਹਿਤੇ ਦੇ ਘਰ ਗਿਆ ਤੇ ਆਖਿਆ ਕਿ ਬਾਲਕ ਦੀ ਦਾਈ ਨੂੰ ਸੱਦ ਕੇ ਪੁੱਛੋ ਕਿ ਜਨਮ ਸਮੇਂ ਬਾਲਕ ਦੇ ਮੂੰਹ ਤੋਂ ਕਿਹੜੀ ਆਵਾਜ਼ ਨਿਕਲੀ ਸੀ, ਕਿਹੜੀ ਆਵਾਜ਼ ਕੱਢੀ ਸੀ। ਦੌਲਤਾਂ ਦਾਈ ਨੂੰ ਸੱਦ ਕੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਪੰਡਤ ਜੀ, ਮੇਰੇ ਹੱਥਾਂ ਵਿੱਚ ਅਨੇਕਾਂ ਬਾਲਕਾਂ ਨੇ ਜਨਮ ਲਿਆ ਹੈ, ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅਜੇ ਤੱਕ ਹੋਰ ਕੋਈ ਨਹੀਂ ਵੇਖਿਆ। ਹੋਰ ਬਾਲਕ ਤਾਂ ਜਨਮ ਲੈ ਕੇ ਰੋਂਦੇ ਹਨ, ਪਰ ਇਹ ਬਾਲਕ ਹੱਸਦਾ ਸੀ ਅਤੇ ਘਰ ਵਿੱਚ ਇਉਂ ਜਾਪਦਾ ਸੀ ਜਿਵੇਂ ਸਾਰੇ ਚਾਨਣਾ ਹੀ ਹੋਵੇ। ਦੌਲਤਾਂ ਦਾਈ ਦੀਆਂ ਇਹ ਗੱਲਾਂ ਸੁਣ ਕੇ ਪੰਡਤ ਨੇ ਅਨੁਭਵ ਕੀਤਾ ਕਿ ਇਹ ਕੋਈ ਅਵਤਾਰ ਪੈਦਾ ਹੋਇਆ ਹੈ, ਇਸ ਦੇ ਦਰਸ਼ਨ ਕਰਨੇ ਚਾਹੀਦੇ ਹਨ। ਉਸਨੇ ਬਾਬਾ ਕਾਲੂ ਜੀ ਨੂੰ ਆਖਿਆ ਕਿ ਇਹ ਬਾਲਕ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਹੋਵੇਗਾ ਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿਸ ਦੇ ਸਿਰ ਤੇ ਛਤਰ ਝੁੱਲੇਗਾ, ਕਿ ਇਹ ਬਾਲਕ ਐਸਾ ਹੋਵੇਗਾ। ਪੰਡਤ ਦੀ ਇਹ ਗੱਲ ਸੁਣ ਕੇ ਕਾਲੂ ਜੀ ਨੇ ਦੌਲਤਾਂ ਦਾਈ ਨੂੰ ਆਖਿਆ ਕਿ ਬਾਲਕ ਬਾਹਰ ਲੈ ਕੇ ਆਓ, ਪੰਡਿਤ ਜੀ ਵੇਖਣਾ ਚਾਹੁੰਦੇ ਹਨ, ਦਰਸ਼ਨ ਕਰਨੇ ਚਾਹੁੰਦੇ ਹਨ। ਜਦ ਦੌਲਤਾਂ ਦਾਈ ਬਾਲਕ ਨੂੰ ਬਾਹਰ ਲੈ ਕੇ ਆਈ ਤਾਂ ਪੰਡਤ ਹਰਦਿਆਲ ਨੇ ਬਾਲਕ ਦੇ ਸ਼ੁਭ ਲੱਛਣ ਵਿਚਾਰ ਕੇ ਅੱਗੇ ਉੱਠ ਕੇ ਸਤਿਕਾਰ ਤੇ ਨਮਸਕਾਰ ਕਰਕੇ ਉਸਦੇ ਚਿਹਨ ਚੱਕਰ ਤੇ ਰੇਖਾ ਵੇਖੀਆਂ। ਇਸ ਤਰ੍ਹਾਂ ਬਾਲਕ ਨੂੰ ਚੰਗੀ ਤਰ੍ਹਾਂ ਵੇਖ ਕੇ ਪੰਡਤ ਹਰਦਿਆਲ ਨੇ ਆਖਿਆ, ਮਹਿਤਾ ਜੀ, ਇਹ ਤੁਹਾਡਾ ਪੁੱਤਰ ਬੜੇ ਭਾਗਾਂ ਵਾਲਾ ਹੈ। ਇਸ ਵਿੱਚ ਸਾਰੇ ਸ਼ੁਭ ਲੱਛਣ ਪ੍ਰਤੀਤ ਹੁੰਦੇ ਹਨ। ਇਸ ਦਾ ਨਾਂ
ਚੰਗੀ ਤਰ੍ਹਾਂ ਸੋਚ ਕੇ ਜੋਤਿਸ਼ ਅਨੁਸਾਰ 13ਵੇਂ ਦਿਨ ਰੱਖਾਂਗੇ। ਜਦ 13 ਦਿਨ ਲੰਘ ਗਏ ਤਾਂ ਪੰਡਤ ਹਰਦਿਆਲ ਨੇ ਕਾਲੂ ਜੀ ਨੂੰ ਦੱਸਿਆ ਕਿ ਮਹਿਤਾ ਜੀ, ਇਸ ਬਾਲਕ ਦਾ ਨਾਮ ਨਾਨਕ ਨਿਕਲਿਆ ਹੈ। ਜਦ ਹਰਦਿਆਲ ਨੇ ਇਹ ਨਾਮ ਦੱਸਿਆ, ਹਰਦਿਆਲ ਪੰਡਤ ਨੇ, ਤਾਂ ਮਹਿਤਾ ਜੀ ਨੇ ਕਿਹਾ, ਪੰਡਤ ਜੀ, ਤੁਹਾਨੂੰ ਬਾਲਕ ਦਾ ਇਹ ਨਾਮ ਨਹੀਂ ਸੀ ਰੱਖਣਾ ਚਾਹੀਦਾ। ਇਹ ਨਾਮ ਹਿੰਦੂ ਮੁਸਲਮਾਨਾਂ ਦਾ ਰਲਮਾ ਮਿਲਮਾ ਹੈ। ਸੋਧ ਕੇ ਕੋਈ ਹੋਰ ਨਾਮ ਰੱਖੋ ਜਿਹੜਾ ਸਿੱਧਾ ਹਿੰਦੂਆਂ ਵਾਲਾ ਹੀ ਹੋਵੇ। ਬਾਬਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਪੰਡਤ ਜੀ ਨੇ ਕਿਹਾ ਕਿ ਇਹ ਸਿਸ ਕੋ ਮਾਨੇ ਹੋਗੇ ਦੋ, ਹਿੰਦੂ ਤੁਰਕ ਸਿੱਖ ਹੋਏ ਸਭ ਕੋ, ਇਸਕੇ ਚਰਨ ਪੋਤ ਕੀ ਨਿਆਈ, ਪਾਰ ਪਰਹਿ ਪਰਮਾਰਥ ਪਾਈ, ਸੰਗਤ ਕਰਹਿ ਤਹਿ ਭਵ ਸਾਗਰ, ਸਾਕਲ ਜਗਤ ਮੈਂ ਹੋਏ ਉਜਾਗਰ, ਬਹੁਤ ਨਰਨ ਕੋ ਕਰਿਓ ਉਧਾਰਾ, ਨਾਮ ਭਗਤ ਦੈ ਦਾਨ ਉਦਾਰਾ। ਕਹਿਣ ਲੱਗੇ, ਮਹਿਤਾ ਜੀ, ਇਸ ਬਾਲਕ ਨੂੰ ਹਿੰਦੂ ਮੁਸਲਮਾਨ ਦੋਵੇਂ ਮੰਨਣਗੇ, ਸਭ ਕੋਈ ਇਸ ਦਾ ਸਿੱਖ ਹੋਵੇਗਾ। ਇਸ ਦੇ ਚਰਨ ਜਹਾਜ਼ ਦੀ ਤਰ੍ਹਾਂ ਹਨ, ਜਿਹੜਾ ਇਹਨਾਂ ਨਾਲ ਲੱਗੇਗਾ ਉਹ ਭਵ ਸਾਗਰ ਤੋਂ ਪਾਰ ਉਤਰ ਜਾਏਗਾ, ਇਹ ਸੰਸਾਰ ਵਿੱਚ ਪ੍ਰਗਟ ਹੋਵੇਗਾ। ਨਾਮ ਭਗਤੀ ਦੇ ਨਾਲ ਇਹ ਬੇਅੰਤ ਜੀਵਾਂ ਦਾ ਉਧਾਰ ਕਰੇਗਾ। ਪੰਡਤ ਦੀਆਂ ਇਹ ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਅਤੇ ਪੰਡਤ ਜੀ ਨੂੰ ਮਰਜ਼ਾਦਾ ਅਨੁਸਾਰ ਆਟਾ, ਗੁੜ, ਕੱਪੜਾ ਅਤੇ ਨਗਦ ਭੇਟਾ ਦੇ ਕੇ ਵਿਦਾ ਕੀਤਾ। ਉਪਰੰਤ ਭਾਈ ਬਾਲਾ ਜੀ ਨੇ ਦੱਸਿਆ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ, ਜਦੋਂ ਗੁਰੂ ਨਾਨਕ ਜੀ 5 ਵਰਸਾਂ ਦੇ ਹੋ ਗਏ ਤਾਂ ਬਾਲਕਾਂ ਨਾਲ ਖੇਡਣ ਲੱਗੇ। ਬਾਲਕਾਂ ਨਾਲ ਖੇਡਦੇ ਵੇਖ ਕੇ ਹਰ ਇੱਕ ਇਸਤਰੀ ਪੁਰਸ਼ ਨੂੰ ਬਹੁਤ ਪਿਆਰੇ ਲੱਗਦੇ ਸਨ। ਘਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਸਨ, ਉਹ ਆਪਣੇ ਸਾਥੀ ਬਾਲਕਾਂ ਨੂੰ ਦੇ ਦਿੰਦੇ ਸਨ ਅਤੇ ਜੇ ਕੋਈ ਹੋਰ ਰੋਟੀ, ਕੱਪੜਾ ਜਾਂ ਪੈਸੇ ਲੈ ਜਾਂਦੇ ਸਨ ਤਾਂ ਉਹ ਗਰੀਬਾਂ ਨੂੰ ਵੰਡ ਦਿੰਦੇ ਸਨ। ਆਪ ਜੀ ਦੀਆਂ ਇਹ ਗੱਲਾਂ ਵੇਖ ਕੇ ਮਹਿਤਾ ਕਾਲੂ ਪੰਡਤ ਹਰਦਿਆਲ ਨੂੰ ਕਹਿੰਦਾ ਕਿ ਤੁਸਾਂ ਚੰਗਾ ਬਾਦਸ਼ਾਹੀ ਛਤਰ ਇਸ ਦੇ ਸਿਰ ਤੇ ਝੁਲਾਇਆ ਹੈ, ਜੋ ਘਰ ਦੀਆਂ ਚੀਜ਼ਾਂ ਹੀ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ। 5 ਵਰਸ ਕੀ ਹੋਏ ਵੈਸਾ, ਕਰਨ ਲੱਗੇ ਕਾਰਜ ਪੁਨ ਐਸਾ, ਲੈ ਵਸਤੂ ਘਰ ਬਾਹਰ ਧਾਵਹਿ, ਜੋ ਲੇਵਹਿ ਸੇ ਜਾਏ ਗਵਾਵਹਿ। ਭਾਵ 5 ਵਰਸਾਂ ਦੀ ਜਦੋਂ ਉਮਰ ਹੋਈ, ਜਦੋਂ ਐਸਾ ਕੰਮ ਕਰਨ ਲੱਗੇ ਕਿ ਘਰੋਂ ਜਿਹੜੀ ਚੀਜ਼ ਹੱਥ ਆਉਂਦੀ ਉਹ ਚੁੱਕ ਕੇ ਲੈ ਜਾਂਦੇ ਤੇ ਬਾਹਰ ਜਾ ਕੇ ਗਵਾ ਆਉਂਦੇ। ਜੈਸਾ ਕਿ ਭਾਂਡੇ, ਗਹਿਣੇ, ਕੱਪੜੇ ਜੋ ਆਪਣੇ ਘਰੋਂ ਲੈ ਜਾਂਦੇ, ਉਹ ਅਥਿਤੀ ਆਦਿਕ ਗਰੀਬਾਂ ਨੂੰ ਬਾਹਰ ਜਾ ਕੇ ਦੇ ਆਉਂਦੇ। ਨਿਤਾ ਪ੍ਰਤ ਇਸ ਤਰ੍ਹਾਂ ਹੀ ਕਰਦੇ ਰਹੇ ਕਿ ਇੱਕ ਦਿਨ ਜਦ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੂਰੀ ਕੁੱਟ ਕੇ ਦਿੱਤੀ ਸੀ, ਇੱਕ ਗਰੀਬ ਨੂੰ ਬਾਹਰ ਹੀ ਦੇ ਆਏ ਤਾਂ ਮਾਤਾ ਜੀ ਨੇ ਘਰ ਆਏ ਨੂੰ ਪੁੱਛਿਆ ਕਿ ਉਹ ਚੂਰੀ ਵਾਲਾ ਕੌਲ ਕਿੱਥੇ ਹੈ। ਜਦ ਬਾਲਕ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ, ਮਾਤਾ ਜੀ ਹੱਥ ਵਿੱਚ ਸੋਟੀ ਫੜ ਕੇ ਡਰਾਉਣ ਲੱਗੀ ਕਿ ਸੱਚ ਦੱਸ, ਕੌਲ ਕਿੱਥੇ ਹੈ, ਨਹੀਂ ਤਾਂ ਇਸ ਸੋਟੀ ਨਾਲ ਮਾਰਾਂਗੀ। ਤਦ ਗੁਰੂ ਜੀ ਨੇ ਅੱਖਾਂ ਨੀਵੀਆਂ ਪਾ ਕੇ ਅਥਰੂ ਕੇਰਨ ਲੱਗ ਪਏ। ਇੰਨੇ ਚਿਰ ਨੂੰ ਚਾਚਾ ਲਾਲੂ ਜੀ ਆ ਗਿਆ ਤੇ ਉਸਨੇ ਆਣ ਕੇ ਮਾਤਾ ਜੀ ਤੋਂ ਛੁਡਵਾ ਦਿੱਤਾ। ਮਾਤਾ ਜੀ ਨੇ ਫਿਰ ਗੁੱਸੇ ਨਾਲ ਕਿਹਾ, ਅੱਜ ਤਾਂ ਤੈਨੂੰ ਇਹਨਾਂ ਦੇ ਆਖੇ ਛੱਡ ਦਿੰਦੀ ਹਾਂ, ਜੇ ਤੂੰ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਫਿਰ ਤੈਨੂੰ ਨਹੀਂ ਛੱਡਾਂਗੀ। ਇਸ ਤਰ੍ਹਾਂ ਡਰਾ ਧਮਕਾ ਕੇ ਮਾਤਾ ਤ੍ਰਿਪਤਾ ਜੀ ਦੇ ਅੰਦਰ ਮੋਹ ਆ ਗਿਆ।
ਜਿਸ ਕਰਕੇ ਮਾਤਾ ਜੀ ਨੇ ਆਪ ਜੀ ਨੂੰ ਫੜ ਕੇ ਗੋਦੀ ਵਿੱਚ ਬਿਠਾ ਕੇ ਬਹੁਤ ਪਿਆਰ ਕੀਤਾ। ਮਾਤਾ ਜੀ ਗੁਰੂ ਜੀ ਦਾ ਮੂੰਹ ਪੂੰਝਦੇ ਤੇ ਪਿਆਰ ਕਰਕੇ ਘੁੱਟ-ਘੁੱਟ ਕੇ ਗਲ ਨਾਲ ਲਾਉਂਦੇ ਅਤੇ ਮਨ ਵਿੱਚ ਪਛਤਾਉਂਦੇ ਕਿ ਮੈਂ ਆਪਣੇ ਇੱਕੋ ਪੁੱਤਰ ਨੂੰ ਕਿਉਂ ਝਿੜਕਿਆ, ਆਪੇ ਵੱਡਾ ਹੋ ਕੇ ਸਮਝ ਆਏਗਾ। ਬੱਚੇ ਹਾਣ ਲਾਭ ਨਹੀਂ ਜਾਣ ਸਕਦੇ ਤੇ ਇਸ ਤਰ੍ਹਾਂ ਸੁਭਾਵਿਕ ਹੀ ਕਰਦੇ ਰਹਿੰਦੇ ਹਨ। ਇਸ ਦਾ ਕੀ ਦੋਸ਼ ਹੈ? ਇਸ ਤਰ੍ਹਾਂ ਪਿਆਰ ਦੇ ਵਿਚਾਰ ਕਰਕੇ ਜਦ ਮਾਤਾ ਜੀ ਨੇ ਗੋਦ ਵਿੱਚੋਂ ਛੱਡਿਆ ਤਾਂ ਗੁਰੂ ਜੀ ਫੇਰ ਬੱਚਿਆਂ ਨਾਲ ਖੇਡਣ ਲੱਗ ਪਏ। ਮਹਿਤਾ ਕਾਲੂ ਜੀ ਦੇ ਇਸ ਤਰ੍ਹਾਂ ਦੀਆਂ ਗੱਲਾਂ ਵੇਖ ਕੇ ਪੰਡਤ ਦੇ ਘਰ ਜਾ ਕੇ ਕਿਹਾ ਕਿ ਪੰਡਤ ਜੀ ਤੁਸਾਂ ਚੰਗਾ ਜੋਤ ਸਲਾਇਆ ਹੈ, ਤੁਹਾਡਾ ਕਿਹਾ ਤਾਂ ਕੁਝ ਵੀ ਸੱਚ ਨਹੀਂ ਹੋਇਆ। ਇਸ ਦੇ ਲੱਛਣਾਂ ਤੋਂ ਮੈਂ ਜਾਣ ਲਿਆ ਹੈ ਕਿ ਇਹ ਘਰ ਉਜਾੜ ਪੈਦਾ ਹੋਇਆ ਹੈ, ਕਿਉਂਕਿ ਜੋ ਚੀਜ਼ ਇਹ ਘਰੋਂ ਲੈ ਜਾਂਦਾ ਹੈ ਉਹ ਬਾਹਰ ਜਾ ਕੇ ਗਵਾ ਆਉਂਦਾ ਹੈ। ਜੇਕਰ ਕੁਝ ਪੁੱਛੀਏ ਤਾਂ ਚੁੱਪ ਕਰ ਰਹਿੰਦਾ ਹੈ, ਦੱਸਦਾ ਤੇ ਬੋਲਦਾ ਕੁਝ ਨਹੀਂ। ਤੂੰ ਚੰਗੀ ਗਿਣਤੀ ਗਿਣ ਕੇ ਪੱਤਰੀ ਲਿਖੀ ਹੈ। ਮੈਂ ਸਮਝਦਾ ਹਾਂ ਕਿ ਤੂੰ ਐਵੇਂ ਮੈਨੂੰ ਖੁਸ਼ ਕਰਕੇ ਪੈਸੇ ਲੈਣ ਵਾਸਤੇ ਹੀ ਇਹ ਝੂਠ ਮੂਠ ਗੱਲਾਂ ਸੁਣਾਈਆਂ ਹਨ। ਮਹਿਤਾ ਕਾਲੂ ਜੀ ਦੇ ਇਹ ਉਲਾਂਭੇ ਸੁਣ ਕੇ ਪੰਡਤ ਹਰਦਿਆਲ ਨੇ ਕਿਹਾ ਕਿ ਮਹਿਤਾ ਜੀ, ਬਾਲਕ ਦਾ ਇੱਕ ਲੱਛਣ ਜਿਹੜਾ ਮੈਂ ਇਸ ਵਿੱਚ ਪਹਿਲਾਂ ਵੇਖਿਆ ਸੀ ਤੇ ਤੈਨੂੰ ਦੱਸਿਆ ਸੀ ਕਿ ਤੇਰੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ, ਉਹ ਇਹ ਹੈ ਕਿ ਇਸ ਦੇ ਜਿਤਨੇ ਸੰਬੰਧੀ ਹਨ ਉਹ ਇਸ ਦੀ ਮਹਿਮਾ ਨਹੀਂ ਜਾਣ ਸਕਣਗੇ। ਹੋਰ ਲੋਕ ਭਾਵੇਂ ਇਸ ਤੋਂ ਬਹੁਤ ਲਾਭ ਉਠਾਉਣਗੇ। ਜਦ ਇਹ ਬਾਲਕ ਜਵਾਨ ਹੋਵੇਗਾ ਤਾਂ ਇਸ ਦਾ ਤੇਜ ਪ੍ਰਤਾਪ ਬਹੁਤ ਵਧੇਗਾ। ਇਸ ਨੂੰ ਪੀਰ ਫਕੀਰ ਸਾਰੇ ਮੰਨਣਗੇ। ਉਹ ਧਨਤਾ ਯੋਗ ਹੋਣਗੇ ਜਿਹੜੇ ਇਸ ਨੂੰ ਮਨ ਕਰਕੇ ਮੰਨਣਗੇ। ਇਸ ਕਰਕੇ ਮਹਿਤਾ ਜੀ, ਤੁਸੀਂ ਧਨ ਦੀ ਪ੍ਰੀਤੀ ਨਾ ਕਰੋ, ਇਹ ਝੂਠੀ ਹੈ। ਆਪਣੇ ਇਸ ਪੁੱਤਰ ਉੱਤੇ ਮਨ ਕਰਕੇ ਸਰਧਾ ਧਾਰਨ ਕਰੋ। ਇਹ ਪਰਮਾਤਮਾ ਦਾ ਰੂਪ ਹੈ ਜੋ ਜੜ ਚੇਤਨ ਸ੍ਰਿਸ਼ਟੀ ਦਾ ਮੁੱਢ ਹੈ। ਇਸ ਧਨ ਦਾ ਨਾ ਕਰੋ। ਕਿ ਉਸ ਤੋਂ ਬਾਅਦ ਪੰਡਤ ਪਾਸੋਂ ਇਹ ਗੱਲਾਂ ਸੁਣ ਕੇ ਬਾਬਾ ਕਾਲੂ ਮਨ ਹੀ ਮਨ ਵਿੱਚ ਪੰਡਤ ਨੂੰ ਬੁਰਾ ਭਲਾ ਕਹਿੰਦਾ ਹੋਇਆ ਘਰ ਮੁੜਿਆ ਆਇਆ ਤੇ ਆਪ ਕਾਰ ਵਿਹਾਰ ਵਿੱਚ ਲੱਗ ਗਿਆ। ਉਸ ਰਾਤ ਹੀ ਜਦ ਮਾਤਾ ਤ੍ਰਿਪਤਾ ਜੀ ਬਾਲਕ ਨੂੰ ਨਾਲ ਲੈ ਕੇ ਆਪਣੇ ਸੁੰਦਰ ਪਲੰਘ ਉੱਤੇ ਸੁੱਤੇ ਤਾਂ ਮਾਤਾ ਜੀ ਨੂੰ ਸਵਾ ਪਹਿਰ ਰਾਤ ਰਹਿੰਦੀ ਇੱਕ ਸੁਪਨਾ ਆਇਆ। ਮਾਤਾ ਜੀ ਨੇ ਵੇਖਿਆ ਕਿ ਬਹੁਤ ਦੇਵਤੇ ਇਕੱਠੇ ਹੋ ਕੇ ਬਾਲਕ ਗੁਰੂ ਜੀ ਦੇ ਦਰਸ਼ਨ ਕਰਨ ਆਏ ਹਨ ਅਤੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੁੰਦੇ ਹਨ ਅਤੇ ਆਪ ਜੀ ਉੱਪਰ ਫੁੱਲਾਂ ਦੀ ਵਰਖਾ ਕਰ ਰਹੇ ਹਨ। ਬਾਲਕ ਗੁਰੂ ਜੀ ਇੱਕ ਸੁੰਦਰ ਹੀਰੇ ਮਾਣਕ ਜੜਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਹਨ ਅਤੇ ਦੇਵਤੇ ਹੱਥ ਜੋੜ ਕੇ ਨਮਸਕਾਰਾਂ ਕਰਦੇ ਅਤੇ ਉਸਤਤੀ ਕਰਦੇ ਹਨ ਕਿ ਹੇ ਪੂਜ ਮੂਰਤੀ, ਆਪ ਪਾਪੀਆਂ ਦੰਭੀਆਂ ਤੇ ਦੁਸ਼ਮਣਾਂ ਨੂੰ ਨਾਸ਼ ਕਰਨ ਵਾਸਤੇ ਜਗਤ ਵਿੱਚ ਭਗਤੀ ਪ੍ਰਗਟ ਕਰਨ ਵਾਸਤੇ ਬੇਦੀ ਕੁਲ ਵਿੱਚ ਪ੍ਰਗਟ ਹੋਏ ਹੋ। ਕਲਯੁਗ ਵਿੱਚ ਪਵਿੱਤਰ ਸੱਚ ਦਾ ਰਸਤਾ ਦੱਸਣ ਅਤੇ ਜਗਤ ਦੇ ਉਧਾਰ ਵਾਸਤੇ ਸਤ ਸੰਗਤ ਦਾ ਰਾਹ ਦੇਣ ਲਈ ਨਾਮ ਜਪਾਵਣ ਅਤੇ ਚਰਨ ਕਮਲਾਂ ਦਾ ਧਿਆਨ ਧਰਨ ਵਾਸਤੇ ਬੁਰਾਈਆਂ ਨੂੰ ਦੂਰ ਕਰਨ ਅਤੇ ਆਪਣੇ ਚਰਨਾਂ ਦਾ ਆਸਰਾ ਦੇਣ ਵਾਸਤੇ ਸੰਸਾਰ ਵਿੱਚ ਆਏ ਹੋ। ਇਸ ਤਰ੍ਹਾਂ ਦੀਆਂ ਉਸਤਤੀਆਂ ਕਰਕੇ ਅਤੇ ਬਾਰੰਬਾਰ ਨਮਸਕਾਰਾਂ ਕਰਕੇ ਦੇਵਤੇ ਆਪਣੇ ਦੇਵ ਲੋਕ ਨੂੰ ਚਲੇ ਗਏ। ਸੁਪਨੇ ਵਿੱਚ ਇਹ ਕੌਤਕ ਦੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਅਚਰਜ ਹੋਈ ਅਤੇ ਘਬਰਾ ਕੇ ਬਾਲਕ ਗੁਰੂ ਜੀ ਦੇ ਸਰੀਰ ਉੱਪਰ ਹੱਥ ਫੇਰ ਕੇ ਵੇਖਣ ਲੱਗੀ
ਕਿ ਮੇਰੇ ਨਾਲ ਹੀ ਸੁੱਤੇ ਪਏ ਹਨ, ਕਿ ਸੱਚਮੁੱਚ ਹੀ ਕਿਸੇ ਸੋਨੇ ਦੇ ਸਿੰਘਾਸਣ 'ਤੇ ਬਿਰਾਜੇ ਹਨ। ਮਾਤਾ ਜੀ ਨੂੰ ਗੁਰੂ ਸਾਹਿਬ ਜੀ ਦੇ ਅੰਗ ਅੰਗ ਵਿੱਚੋਂ ਚੰਦਨ ਆਤਰ ਦੀ ਸੁਗੰਧੀ ਆਉਣ ਲੱਗੀ। ਮਾਤਾ ਜੀ ਭਰਮ ਵਿੱਚ ਪੈ ਗਏ ਕਿ ਇਹ ਸੁਪਨਾ ਹੈ ਜਾਂ ਸੱਚਮੁੱਚ ਸੀ। ਮਾਤਾ ਜੀ ਕੋਈ ਗੱਲ ਨਿਸ਼ਚੇ ਨਾ ਕਰ ਸਕੇ ਤੇ ਇਸ ਵਿਚਾਰ ਵਿੱਚ ਹੀ ਦਿਨ ਚੜ੍ਹ ਗਿਆ। ਮਾਤਾ ਜੀ ਦੇ ਇਸ ਭਰਮ ਤੇ ਚਿੰਤਾ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਜਾਗ ਪਏ ਅਤੇ ਕਿਹਾ ਕਿ ਮਾਤਾ ਜੀ ਮੈਨੂੰ ਭੁੱਖ ਲੱਗੀ ਹੈ, ਕੁਝ ਭੋਜਨ ਦਿਓ। ਪੁੱਤਰ ਦੀ ਇਹ ਭੁੱਖ ਦੀ ਗੱਲ ਸੁਣ ਕੇ ਮਾਤਾ ਜੀ ਪੁੱਤਰ ਪਿਆਰ ਵਿੱਚ ਰਾਤ ਦੀ ਸਾਰੀ ਕਹਾਣੀ ਭੁੱਲ ਗਏ ਅਤੇ ਬੜੇ ਪਿਆਰ ਨਾਲ ਦਹੀਂ ਨਾਲ ਰੋਟੀ ਲਿਆ ਕੇ ਆਪ ਜੀ ਨੂੰ ਖਾਣ ਵਾਸਤੇ ਦਿੱਤੀ। ਗੁਰੂ ਜੀ ਦਹੀਂ ਛੱਡ ਕੇ ਬਾਲਕਾਂ ਨਾਲ ਖੇਡਣ ਬਾਹਰ ਚਲੇ ਗਏ। ਜਦ ਗੁਰੂ ਜੀ ਖੇਡਦੇ ਹੋਏ ਭੱਜਦੇ ਦੌੜਦੇ ਹਨ ਤਾਂ ਆਪ ਜੀ ਦੇ ਪੈਰਾਂ ਦੀਆਂ ਘੁੰਗੜੀਆਂ ਅਤੇ ਲੱਕ ਦੀ ਤੜਾਗੀ ਤੇ ਬੋਰ ਛਣਛਣ ਕਰਕੇ ਬੜੀ ਸ਼ੋਭਾ ਦਿੰਦੇ ਸਨ। ਜਦ ਗੁਰੂ ਜੀ ਖੇਡ ਕੇ ਘਰ ਆਉਂਦੇ ਹਨ ਤਾਂ ਆਪ ਜੀ ਨਾਲ ਦੂਜੇ ਬਾਲਕਾਂ ਵੀ ਆ ਜਾਂਦੇ। ਆਪ ਜੀ ਨਾਲ ਬਾਲਕ ਬੜਾ ਪ੍ਰੇਮ ਕਰਦੇ ਤੇ ਆਪ ਜੀ ਨੂੰ ਛੱਡ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਸਨ। ਦਿਨ ਪਰਤ ਇਸ ਤਰ੍ਹਾਂ ਹੀ ਸੁੱਖ ਆਨੰਦ ਨਾਲ ਖੇਡਦੇ ਹਨ ਅਤੇ ਵੇਖਣ ਵਾਲੇ ਇਹਨਾਂ ਦੇ ਰੰਗ ਢੰਗ ਵੇਖ ਕੇ ਪ੍ਰਸੰਨ ਹੁੰਦੇ ਸਨ। ਤੇ ਇੱਥੇ ਹੀ ਸਮਾਪਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਤਨੀ ਕਹੀ ਇਤਿਹਾਸ ਦੀ ਵਿਚਾਰ ਹੋਈ। ਵਿਚਾਰ ਕਰਦਿਆਂ ਤੋਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ।